ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। BA BSc ਸਮੈਸਟਰ ਦੂਸਰਾ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਕਥਾ ਕਹਾਣੀ ਸੰਗ੍ਰਹਿ ਵਿੱਚੋਂ ਅੱਜ ਅਸੀਂ ਪੜ੍ਹਾਂਗੇ ਆਖਰੀ ਕਹਾਣੀ ਮਤਲਬ 12ਵੀਂ ਕਹਾਣੀ ਮੋਹ ਪਾਸ਼, ਜਿਸ ਦੇ ਲੇਖਕ ਹਨ ਬਲਵਿੰਦਰ ਗਰੇਵਾਲ। ਬੱਚਿਓ, ਕਹਾਣੀ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗਦਾ ਇਸ ਕਹਾਣੀ ਦੇ ਵਿੱਚ ਮੋਹ ਦੀ ਗੱਲ ਕੀਤੀ ਗਈ ਹੈ, ਪਰ ਹੁਣ ਸਮਝਣ ਦੀ ਲੋੜ ਹੈ ਕਿ ਪਾਸ਼ ਦੇ ਕੀ ਅਰਥ ਹਨ। ਪਾਸ਼ ਦੇ ਅਰਥ ਹਥਿਆਰ ਜਾਂ ਸ਼ਸਤਰ ਤੋਂ ਵੀ ਲਏ ਜਾਂਦੇ ਆ, ਪਰ ਇਸ ਕਹਾਣੀ ਅਨੁਸਾਰ ਪਾਸ਼ ਦਾ ਅਰਥ ਹੈ ਤਾਕਤ, ਭਾਵ ਮੋਹ ਦੀ ਤਾਕਤ। ਬੱਚਿਓ, ਸਾਡੇ ਪੇਂਡੂ ਸਮਾਜ ਦੇ ਵਿੱਚ ਸਾਂਝ ਵੀ ਬਹੁਤ ਹੈ, ਮੋਹ ਪਿਆਰ ਵੀ ਬਹੁਤ ਹੈ, ਪਰ ਨਾਲ ਦੀ ਨਾਲ ਵੈਰ ਵੀ ਹੈਗਾ, ਬਦਲੇਖੋਰੀ ਵੀ ਬਹੁਤ ਹੈ। ਸੋ ਇਹਨਾਂ ਹੀ ਗੱਲਾਂ ਨੂੰ ਆਧਾਰ ਬਣਾ ਕੇ ਬਲਵਿੰਦਰ ਗਰੇਵਾਲ ਮੋਹ ਪਾਸ਼ ਕਹਾਣੀ ਲਿਖਦਾ। ਸਭ ਤੋਂ ਪਹਿਲਾਂ ਜਾਣਦੇ ਹਾਂ ਲੇਖਕ ਬਲਵਿੰਦਰ ਗਰੇਵਾਲ ਬਾਰੇ। ਬਲਵਿੰਦਰ ਗਰੇਵਾਲ ਜੀ ਦਾ ਜਨਮ 25 ਮਈ 1960 ਨੂੰ ਸਰਦਾਰ ਤੇਜਾ ਸਿੰਘ ਦੇ ਘਰ ਖੰਨੇ ਵਿੱਚ ਪੈਂਦੇ ਪਿੰਡ ਬੂਥਗੜ੍ਹ ਦੇ ਵਿੱਚ ਹੋਇਆ। ਉਹਨਾਂ ਨੇ MA BEd ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਅਧਿਆਪਨ ਨੂੰ ਕਿੱਤੇ ਵਜੋਂ ਚੁਣਿਆ। ਬੱਚੇ, ਉਹ ਸਭ ਤੋਂ ਵੱਧ ਪ੍ਰਭਾਵਿਤ ਆਪਣੇ ਪਿਤਾ ਤੇਜਾ ਸਿੰਘ ਤੋਂ ਸੀਗੇ। ਉਹ ਕਿਉਂ ਪ੍ਰਭਾਵਿਤ ਸੀਗੇ? ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪੁਸਤਕਾਂ ਦਾ ਅਧਿਐਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਅਧਿਐਨ ਕੀਤਾ। ਸੋ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਆਪ ਬਲਵਿੰਦਰ ਗਰੇਵਾਲ ਸਾਹਿਤ ਰਚਨਾ ਵੱਲ ਲੱਗੇ। ਹੁਣ ਪ੍ਰਭਾਵਿਤ ਹੋਣ ਦੇ ਪਿੱਛੇ ਸਿਰਫ ਕਿਤਾਬਾਂ ਦਾ ਪੜ੍ਹ ਲੈਣਾ ਹੀ ਨਹੀਂ ਸੀਗਾ ਕਿ ਪਿਤਾ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਅਧਿਐਨ ਕੀਤਾ ਹੋਇਆ। ਇਹਦੇ ਪਿੱਛੇ ਕਾਰਨ ਇਹ ਸੀਗਾ ਕਿ ਪਿਤਾ ਦੀ ਜ਼ਿੰਦਗੀ ਦੇ ਵਿੱਚ ਦੁਖਾਂਤ ਬਹੁਤ ਸੀਗਾ। ਕਿਹੜਾ ਦੁਖਾਂਤ ਸੀਗਾ? ਉਹ ਅਕਸਰ ਆਪਣੀ ਗੱਲਬਾਤ ਦੇ ਵਿੱਚ ਆਪਣੇ ਪਿਤਾ ਦਾ ਜ਼ਿਕਰ ਕਰਦੇ ਹੋਏ ਦੱਸਦੇ ਹੁੰਦੇ ਸੀਗੇ ਕਿ ਜਦੋਂ ਉਹਨਾਂ ਦੇ ਪਿਤਾ ਬਹੁਤ ਛੋਟੇ ਸੀਗੇ ਤਾਂ 1907 ਦੇ ਵਿੱਚ ਉਹਨਾਂ ਦੇ ਮਾਂ-ਬਾਪ ਰਾਤ ਨੂੰ ਪਲੇਗ ਦੇ ਕਰਕੇ ਮਾਂ ਅਤੇ ਪਿਤਾ ਦੋਨੋਂ ਹੀ ਇੱਕੋ ਰਾਤ ਨੂੰ ਮਰ ਜਾਂਦੇ ਆ, ਅਤੇ ਉਸ ਛੋਟੇ ਜਿਹੇ ਬੱਚੇ ਨੂੰ ਸੰਭਾਲਣ ਦੇ ਲਈ ਕੋਈ ਵੀ ਉਸ ਘਰ ਦੇ ਵਿੱਚ ਨਹੀਂ ਸੀਗਾ, ਅਤੇ ਉਹ ਸਰਾਣੇ ਬੈਠੇ ਸਾਰੀ ਰਾਤ ਰੋਂਦੇ ਰਹੇ। ਸੋ ਬਾਅਦ ਦੇ ਵਿੱਚ ਜਦੋਂ ਵੱਡੇ ਹੋ ਜਾਂਦੇ ਆ, ਉਹਨਾਂ ਨੂੰ ਫਿਰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਪਾਲਣ ਵਾਲੀ ਉਹਨਾਂ ਦੇ ਬਾਬੇ ਦੀ ਭੂਆ ਸੀਗੀ। ਸੋ ਇਸ ਤਰ੍ਹਾਂ ਦੀ ਬਲਵਿੰਦਰ ਗਰੇਵਾਲ ਦੇ ਪਿਤਾ ਦੀ ਜ਼ਿੰਦਗੀ ਰਹੀ ਹੈ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਅਗਰ ਕੋਈ ਬੱਚਾ ਪਲਿਆ ਹੋਵੇ ਜਿਹਦੇ ਮਾਂ ਬਾਪ ਇੱਕੋ ਰਾਤ ਮਰ ਗਏ ਹੋਣ, ਫਿਰ ਉਹ ਐਡੀਆਂ ਸਾਰੀਆਂ ਕਿਤਾਬਾਂ ਦਾ ਅਧਿਐਨ ਕਰੇ, ਸੋ ਵਾਕਈ ਬਲਵਿੰਦਰ ਗਰੇਵਾਲ ਹੀ ਨਹੀਂ, ਅਸੀਂ ਖੁਦ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਇੰਨੇ ਦੁੱਖਾਂ ਦੇ ਵਿੱਚ ਰਹਿ ਕੇ ਵੀ ਕੋਈ ਬੰਦਾ ਕੁਝ ਖਾਸ ਕਰ ਸਕਦਾ ਹੈ। ਬਲਵਿੰਦਰ ਗਰੇਵਾਲ ਜੀ ਨੇ ਆਪਣੇ ਪਿਤਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਹਿਤ ਰਚਿਆ। ਉਹਨਾਂ ਦੀ ਪਹਿਲੀ ਪੁਸਤਕ ਯੁੱਧ ਖੇਤਰ ਹੈ। ਯੁੱਧ ਖੇਤਰ ਦੇ ਵਿੱਚ ਹੀ ਕਹਾਣੀ ਮੋਹ ਪਾਸ਼ ਦਰਜ ਹੈ। ਮੋਹ ਪਾਸ਼ ਕਹਾਣੀ ਇੰਨੀ ਖੂਬਸੂਰਤ ਹੈ ਕਿ ਇਹਨੂੰ ਪੜ੍ਹ ਕੇ ਤੁਸੀਂ ਬਲਵਿੰਦਰ ਗਰੇਵਾਲ ਦੀ ਸ਼ਖਸੀਅਤ ਦਾ ਅੰਦਾਜ਼ਾ ਲਗਾ ਸਕਦੇ ਹੋ। ਉਹਨਾਂ ਦੀਆਂ ਹੋਰ ਕਹਾਣੀਆਂ ਹਨ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ, ਯੁੱਧ ਖੇਤਰ, ਖੰਡੇ ਦੀ ਧਾਰ, ਇੱਕ ਘਰ ਆਜ਼ਾਦ ਹਿੰਦੀਆਂ ਦਾ। ਸੋ ਗੱਲ ਕਰਦੇ ਹਾਂ ਕਹਾਣੀ ਮੋਹ ਪਾਸ਼ ਦੀ। ਅਰਥ ਆਪਾਂ ਪਹਿਲਾਂ ਹੀ ਜਾਣ ਚੁੱਕੇ ਹਾਂ। ਸੋ ਆਪਾਂ ਕਹਿ ਸਕਦੇ ਹਾਂ ਕਿ ਮੋਹ ਦੀ ਤਾਕਤ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੁਰਾਈ ਟਿਕ ਨਹੀਂ ਸਕਦੀ। ਹਰ ਤਰ੍ਹਾਂ ਦੀ ਦੁਸ਼ਮਣੀ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਮੋਹ ਹੈ। ਇਸੇ ਤਰ੍ਹਾਂ ਦੀ ਕੁਛ ਕਹਾਣੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਹਾਣੀ ਵਿਚਲੇ ਪਾਤਰਾਂ ਦੀ। ਕਹਾਣੀ ਵਿੱਚ ਪਾਤਰ ਕਾਫੀ ਹੈ, ਸੋ ਇਹਨਾਂ ਨੂੰ ਅਸੀਂ 3 ਭਾਗਾਂ ਵਿੱਚ ਵੰਡ ਕੇ ਪੜ੍ਹ ਸਕਦੇ ਹਾਂ। ਪਹਿਲੀ ਧਿਰ ਹੈ ਲੰਬੜਾਂ ਦੀ, ਦੂਜੀ ਹੈ ਕੌੜਿਆਂ ਦੀ। ਉਹਨਾਂ ਨੂੰ ਕੌੜੇ ਇਸ ਕਰਕੇ ਕਹਿੰਦੇ ਆ ਕਿਉਂਕਿ ਉਹ ਕੌੜੇ ਸੁਭਾਅ ਦੇ ਆ, ਅਤੇ ਤੀਸਰੀ ਧਿਰ ਦੇ ਵਿੱਚ ਆਪਾਂ ਹੋਰ ਪਾਤਰਾਂ ਨੂੰ ਰੱਖ ਸਕਦੇ ਹਾਂ। ਪਹਿਲੀ ਧਿਰ ਅਤੇ ਦੂਸਰੀ ਧਿਰ ਆਪਸ ਦੇ ਵਿੱਚ ਵਿਰੋਧੀ ਆ, ਲੜਦੇ ਆ ਆਪਸ ਦੇ ਵਿੱਚ। ਇਹਨਾਂ ਦੀ ਲੜਾਈ ਹੈ ਜੋ ਅੱਗੇ ਤੁਰੀ ਜਾਂਦੀ ਹੈ। ਹੁਣ ਆਪਾਂ ਲੰਬੜਾਂ ਦੇ ਪਰਿਵਾਰ ਦੀ ਗੱਲ ਕਰਦੇ ਹਾਂ। ਲੰਬੜਾਂ ਦੇ ਪਰਿਵਾਰ ਦੇ ਵਿੱਚ ਹੈ ਲੰਬੜਦਾਰ ਬਚਨ ਸਿੰਘ। ਇਹਦੇ ਅੱਗੇ 2 ਪੁੱਤਰ ਹੈ, ਬਿੱਕਰ ਅਤੇ ਚਰਨਾ। ਬਿੱਕਰ ਅਤੇ ਚਰਨੇ ਦੀ ਮਾਂ ਮਤਲਬ ਬਚਨ ਸਿੰਘ ਦੀ ਪਤਨੀ ਦਾ ਨਾਮ ਹੈ ਸੰਤੀ। ਬਿੱਕਰ ਅਤੇ ਚਰਨੇ ਦਾ ਫੁੱਫੜ ਹੈ ਇੱਕ, ਅਤੇ ਇੱਕ ਹੈ ਫੁੱਫੜ ਦਾ ਮੁੰਡਾ ਜੈਲਾ। ਸੋ ਦੂਸਰੀ ਧਿਰ ਹੈਗੀ ਹੈ ਕੌੜਿਆਂ ਦੀ। ਕੌੜਿਆਂ ਦੇ ਵਿੱਚ ਹੈਗਾ ਕੌੜਾ ਬਾਬਾ ਸੰਤੋਖਾ ਅਤੇ ਉਹਦਾ ਪੋਤਾ ਮਨਜੀਤ ਦਾ ਬਾਪੂ। ਇਸ ਤੋਂ ਬਿਨਾਂ ਹੋਰ ਪਾਤਰ ਹੈ ਥਾਣੇਦਾਰ, ਸਿਪਾਹੀ, ਵਕੀਲ, ਚਸ਼ਮਦੀਦ ਗਵਾਹ, ਅਤੇ ਪਿੰਡ ਦੇ ਲੋਕ ਹੈ ਭਾਗ, ਰੌਣੀ, ਮੱਘਰ, ਰੱਲਾ ਬੁੜਾ। ਮੈਂ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ ਤਾਂ ਕਿ ਤੁਹਾਨੂੰ ਕਹਾਣੀ ਚੰਗੀ ਤਰ੍ਹਾਂ ਸਮਝ ਲੱਗ ਸਕੇ। ਲੰਬੜਾਂ ਦੇ ਵਿੱਚੋਂ ਬਿੱਕਰ ਅਤੇ ਕੌੜਿਆਂ ਦੇ ਵਿੱਚੋਂ ਮਨਜੀਤ ਦੋਨੋਂ ਦੋਸਤ ਬਣ ਜਾਂਦੇ, ਜਦ ਕਿ ਇਹ ਦੋਨੋਂ ਦੁਸ਼ਮਣ ਪਰਿਵਾਰ ਹੈ, ਇੱਕ ਦੂਜੇ ਨੂੰ ਦੇਖ ਕੇ ਇਹ ਰਾਜੀ ਨਹੀਂ ਹੈ, ਪਰ ਇਹ ਬੱਚੇ ਦੋਨੋਂ ਦੋਸਤ ਬਣ ਜਾਂਦੇ ਆ। ਇਹਨਾਂ ਦੀ ਦੋਸਤੀ ਥੋੜ੍ਹਾ ਜਿਹਾ ਉਹਨਾਂ ਦੇ ਵਿੱਚ ਵੈਰ ਵਿਰੋਧ ਘਟਾਉਂਦੀ ਵੀ ਹੈ, ਪਰ ਇੱਕ ਵੇਲਾ ਆਉਂਦਾ ਹੈ ਕਿ ਬਿੱਕਰ ਦੀ ਮੌਤ ਹੋ ਜਾਂਦੀ ਹੈ, ਜਿਹੜੀ ਕਿ ਮਨਜੀਤ ਦੇ ਗਲ ਪੈ ਜਾਂਦੀ ਹੈ।
ਸੋ ਇਸ ਤਰ੍ਹਾਂ ਦੀ ਕਹਾਣੀ ਹੈ। ਇੱਥੇ ਮਨਜੀਤ ਦੇ ਉੱਤੇ ਕਤਲ ਦਾ ਦੋਸ਼ ਲਾਇਆ ਜਾਂਦਾ। ਸੋ ਇਸ ਤਰ੍ਹਾਂ ਦੀ ਕਹਾਣੀ ਆ। ਪੜ੍ਹਦੇ ਹਾਂ ਬਲਵਿੰਦਰ ਗਰੇਵਾਲ ਕੀ ਲਿਖਦਾ ਹੈ। ਕਹਾਣੀ ਲੇਖਕ ਇਸ ਤਰ੍ਹਾਂ ਸ਼ੁਰੂ ਕਰਦਾ ਹੈ, ਜਦੋਂ ਲੰਬੜਦਾਰ ਬਚਨ ਸਿੰਘ ਦਾ ਪੁੱਤਰ ਬਿੱਕਰ ਮਰ ਚੁੱਕਿਆ, ਉਹਦੀ ਮੌਤ ਦਾ ਕਾਤਲ ਮਨਜੀਤ ਨੂੰ ਸਮਝਿਆ ਜਾਂਦਾ, ਉਸਦੇ ਉੱਤੇ ਕੇਸ ਚੱਲ ਰਿਹਾ। ਸੋ ਪਿੰਡ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਕੀ ਲਿਖਦਾ ਹੈ ਲੇਖਕ, ਗੋਰੇ ਖੂਹ ਦੀ ਮੌਣ 'ਤੇ ਬੈਠੇ ਭਾਗ ਦੀ ਗੱਲ ਨੇ ਮੋੜ ਮੁੜਦੇ ਚਰਨੇ ਦੇ ਜਾਣੀ ਪੈਰ ਚੱਕੜ ਲਏ। ਚਰਨਾ ਕੌਣ ਹੈ? ਬਿੱਕਰ ਦਾ ਭਰਾ। ਉਹਨੂੰ ਪਤਾ ਸੀ ਅੱਜ ਇਕੱਲਾ ਭਾਗ ਕੀ ਪਿੰਡ ਦਾ ਜੀਓ ਜੀ ਮੁਨਸਫ ਬਣਿਆ ਹੋਇਆ ਸੀ। ਹੁਣ ਮੁਨਸਫ ਕੀ ਹੁੰਦਾ? ਜੱਜ ਬਣਨਾ, ਜਿਹਨੂੰ ਕਾਨੂੰਨ ਦੀ ਜਾਣਕਾਰੀ ਹੋਵੇ। ਸੋ ਹਰ ਬੰਦਾ ਆਪਣੇ ਆਪਣੇ ਮੂੰਹ ਬੋਲ ਰਿਹਾ। ਕੀ ਗੱਲਾਂ ਕਰਦੇ ਆ? ਐਡਾ ਕਿਹੜਾ ਜਿਉਣਾ ਮੋੜ ਹੈ ਲੰਬੜਾਂ 'ਚੋਂ, ਬਈ ਬਦਲਾ ਲਓ। ਉਹ ਤਾਂ ਕੇਸ ਵੀ ਤੱਤੇ ਘਾਹ ਕਰ ਗਏ, ਇੱਥੇ ਹੀ ਦਿਖਾ ਦੂੰ ਤੈਨੂੰ ਮਿਣ ਕਰਦਿਆਂ ਨੂੰ। ਹੁਣ ਕੋਈ ਹੋਰ ਬੋਲਦਾ, ਗੱਲ ਹੈ ਨਾ ਵੀਰਾ, ਅਣਖ ਕਿਹੜਾ ਜਣੇ ਖਣੇ 'ਚ ਹੁੰਦੀ ਹੈ। ਰੌਣੀ ਨੇ ਜਰਦੇ ਦੀ ਚੁਟਕੀ ਮੂੰਹ 'ਚ ਪਾਉਂਦਿਆਂ ਕਿਹਾ ਸੀ। ਹੁਣ ਇਹ ਗੱਲ ਕਿਹਨੇ ਕਹੀ? ਰੌਣੀ ਨੇ ਕਹੀ ਹੈ। ਜੁੱਤੀ ਝਾੜਦਾ ਚਰਨਾ ਗਲੀ ਦੇ ਮੋੜ ਤੋਂ ਖੂਹ ਨੂੰ ਸਾਹਮਣੇ ਆਇਆ ਤਾਂ ਚੱਲਦੀ ਗੱਲ ਜਿਵੇਂ ਬ੍ਰੇਕ ਖਾ ਗਈ। ਨੇੜੇ ਆਏ ਤੋਂ ਭਾਗ ਬੋਲਿਆ ਸੀ। ਕੀ ਬੋਲਿਆ? ਆ ਬਈ ਛੋਟੇ ਭਾਈ, ਤੁਹਾਡੀਆਂ ਹੀ ਗੱਲਾਂ ਕਰਦੇ ਤੀ, ਬਈ ਦੇਖ ਲੈ ਆਖੇ ਡਾਢੇ ਦਾ ਸੱਤੀ ਵੀਹੀਂ 100। ਸੋ ਹੁਣ ਭਾਗ ਦਾ ਕਹਿਣਾ ਹੈ ਕਿ ਜਿਹੜੇ ਡਾਢੇ ਲੋਕ ਹੈ, ਜਿਨ੍ਹਾਂ ਦੇ ਕੋਲ ਪੁੱਜਤ ਹੈਗੀ ਆ, ਉਹਨਾਂ ਨੂੰ ਕੋਈ ਕੁਛ ਨਹੀਂ ਕਰ ਸਕਦਾ, ਭਾਵੇਂ ਉਹਨਾਂ ਨੇ ਗਲਤੀ ਕੀਤੀ ਹੋਵੇ। ਅੱਗੇ ਗੱਲ ਤੁਰਦੀ ਹੈ, ਗੱਲ ਹੈ ਨਾ ਵੀਰਾ, ਨਾਲੇ ਮੁੰਡਾ ਗਾਲਤਾ, ਨਾਲੇ ਦੇਖ ਲਿਆ ਆਪਣੇ ਮਨਜੀਤ ਨੂੰ ਕੌੜਿਆਂ ਨੇ ਅਜਾਂ ਨਹੀਂ ਲੱਗਣ ਦਿੱਤੀ, ਕਹਿੰਦੇ ਛੁੱਤਵਰੀ ਆਊ। ਰੌਣੀ ਨੇ ਭਾਗ ਦੀ ਗੱਲ ਵਿਚਾਲਿਓਂ ਫੜਦਿਆਂ ਪੂਰੀ ਕੀਤੀ ਸੀ। ਸੋ ਹੁਣ ਰੌਣੀ ਦਾ ਕਹਿਣਾ ਹੈ ਕਿ ਉਹਨੇ ਤਾਂ ਹੁਣ ਛੁੱਟ ਕੇ ਆ ਜਾਣਾ, ਉਹਨੂੰ ਤਾਂ ਕੁਝ ਵੀ ਨਹੀਂ ਕਰਨ ਦਿੱਤਾ ਕੌੜਿਆਂ ਨੇ। ਸੋ ਪੈਸਾ ਪੂਸਾ ਚੜਾ ਦਿੱਤਾ। ਇਹਦਾ ਮਤਲਬ ਸਭ ਕਿਸਮਤ ਦੇ ਖੇਡੇ ਨੇ ਭਤੀਜ। ਉਹ ਬਚਨੇ ਨੇ ਮਾੜਾ ਤਾਂ ਕਦੇ ਚਿੱਤਵਿਆ ਨਹੀਂ ਸੀ ਕਿਸੇ ਦਾ। ਮਿੱਟੀ ਫਰੋਲਦੇ ਹੋਏ ਰੱਲੇ ਬੁੜੇ ਨੇ ਜਿਵੇਂ ਹੌਂਕਾ ਭਰਿਆ ਸੀ। ਹੁਣ ਰੱਲਾ ਬੁੜਾ ਸਾਰਾ ਦੋਸ਼ ਕਿਸਮਤ ਨੂੰ ਦੇ ਰਿਹਾ ਕਿ ਕਿਸਮਤ ਦੇ ਕਰਕੇ ਹੀ ਬਚਨੇ ਨੇ ਆਪਣਾ ਪੁੱਤ ਗਵਾਇਆ। ਕਿਉਂਕਿ ਪਿੰਡ ਦੇ ਵਿੱਚ ਜਦੋਂ ਗੱਲਾਂ ਹੁੰਦੀਆਂ ਤਾਂ ਕੋਈ ਟਿਕਣ ਨਹੀਂ ਦਿੰਦਾ ਹੁੰਦਾ। ਅਤੇ ਵੈਸੇ ਵੀ ਆ ਕਿਸਮਤ ਵਾਲੀ ਗੱਲ ਤਾਂ ਕਿਸੇ ਨੇ ਨਹੀਂ ਮੰਨਣੀ, ਕਿਉਂਕਿ ਜਦੋਂ ਦੋ ਧਿਰਾਂ ਭਿੜ ਰਹੀਆਂ ਹੋਣ ਤਾਂ ਉਹਨਾਂ ਨੂੰ ਪੜ੍ਹਾਉਣ ਦੇ ਵਿੱਚ ਹੀ ਲੋਕਾਂ ਨੂੰ ਮਜ਼ਾ ਆਉਂਦਾ, ਵਿੱਚੋਂ ਹੀ ਭਾਗ ਬੋਲ ਪੈਂਦਾ। ਕਿਸਮਤ ਕੁਸਮਤ ਕੋਈ ਨਹੀਂ ਤਾਇਆ, ਪੈਸੇ ਦੇ ਖੇਡੇ ਕਹਿ ਪੈਸੇ ਦੇ, ਨਹੀਂ ਗਵਾਹ ਉਹੀ ਤਾਂ ਨਹੀਂ ਮੁੱਕਰਦੇ, ਭਾਗ ਨੇ ਫੈਸਲਾ ਦੇਣ ਵਾਂ ਕਿਹਾ ਸੀ। ਗੱਲ ਹੈ ਨਾ ਵੀਰਾ ਸੱਚੀ। ਚਰਨਾ ਰੌਣੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਤੁਰ ਪਿਆ। ਹੱਥ ਦਾ ਸੰਗਲ ਉਵੇਂ ਫੜੀ ਉਹ ਅਚੇਤ ਹੀ ਕਾਰਖਾਨੇ ਜਾਣ ਦੀ ਥਾਂ ਘਰ ਨੂੰ ਮੁੜ ਪਿਆ ਸੀ। ਸੋ ਇਹੋ ਜਿਹੀਆਂ ਗੱਲਾਂ ਸੁਣ ਕੇ, ਭਰਾ ਦੀ ਮੌਤ ਹੋਈ ਹੈ, ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ, ਸੋ ਉਹ ਪਰੇਸ਼ਾਨ ਹੋ ਕੇ ਕਾਰਖਾਨੇ ਜਾਣ ਦੀ ਬਜਾਏ ਘਰ ਵੱਲ ਨੂੰ ਚਲੇ ਜਾਂਦਾ। ਪਹਿਲਾਂ ਹੀ ਤੰਗ ਵੀਹੀ ਉਸਨੂੰ ਹੋਰ ਵੀ ਤੰਗ ਲੱਗੀ। ਕੰਧਾਂ ਉਸ ਵੱਲ ਉੱਲਰਦੀਆਂ ਜਾਪੀਆਂ। ਭਾਗ ਤੇ ਰੌਣੀ ਦੇ ਬੋਲਾਂ ਦਾ ਕੜਮਾਸ ਉਹਨੂੰ ਬੇਚੈਨ ਕਰਨ ਲੱਗਿਆ। ਲੋਕ ਉਹਨਾਂ ਤੋਂ ਬਦਲੇ ਦੀ ਆਸ ਕਰਦੇ ਸਨ। ਸੰਗਲ ਦੇ ਕੁੰਡੇ ਨੂੰ ਪਾਇਆ ਉਸਦਾ ਹੱਥ ਘੁੱਟਿਆ ਗਿਆ। ਵਿਹੜੇ ਵੜਦਿਆਂ ਕੋਈ ਹੋਰ ਵੀ ਉਹਦੇ ਨਾਲ ਵੜਿਆ ਸੀ, ਜਿਉਣੇ ਮੋੜ ਦੀ ਰੂਹ ਵਰਗਾ ਕੋਈ। ਸੰਗਲ ਉਵੇਂ ਟੋਕੇ ਵਾਲੀ ਮਸ਼ੀਨ ਦੇ ਪਾੜਛੇ 'ਚ ਰੱਖ ਉਹ ਬੈਠਕ 'ਚ ਜਾ ਬੈਠਿਆ। ਬਿੱਕਰ ਦੀ ਮੌਤ ਤੋਂ ਬਾਅਦ ਘਰ ਦੇ ਸਾਰੇ ਜੀਆਂ ਲਈ ਇਹ ਬੈਠਕ ਰੋਣ ਅਤੇ ਰੋ ਕੇ ਚੁੱਪ ਕਰ ਜਾਣ ਲਈ ਇੱਕ ਸਹਾਰਾ ਬਣ ਕੇ ਰਹਿ ਗਈ ਸੀ। ਕੰਸ 'ਤੇ ਪਈਆਂ ਬਿੱਕਰ ਦੀਆਂ ਇਨਾਮ ਲੈਂਦੇ ਦੀਆਂ ਫੋਟੋਆਂ, ਅਲਮਾਰੀ 'ਚ ਸਜਾ ਕੇ ਰੱਖੇ ਹੋਏ ਸ਼ੀਲਡਾਂ ਤੇ ਕੱਪ ਬਿੱਕਰ ਦੀ ਸਾਵੀਂ ਹਾਜ਼ਰੀ ਭਰਦੇ ਸਨ। ਹਾਜ਼ਰ ਤਾਂ ਮਨਜੀਤ ਵੀ ਹੁੰਦਾ ਸੀ ਬਿੱਕਰ ਦੇ ਨਾਲ ਹੀ, ਭਾਵੇਂ ਇਹਦਾ ਹਰ ਚਿੰਨ੍ਹ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਦੀਆਂ ਸਾਰੀਆਂ ਫੋਟੋਆਂ ਹਟਾ ਦਿੱਤੀਆਂ ਗਈਆਂ ਸਨ, ਪਰ ਫਿਰ ਵੀ ਬਿੱਕਰ ਦੇ ਨਾਲ ਹੀ ਹਵਾ 'ਚੋਂ ਮਨਜੀਤ ਦੀ ਹਾਜ਼ਰੀ ਦੀ ਗੰਧ ਵੀ ਆਉਂਦੀ ਸੀ। ਮਨਜੀਤ ਦੀ ਇਹ ਹਾਜ਼ਰੀ ਹੀ ਤਾਂ ਘਰ ਵਿੱਚ ਕਲੇਸ਼ ਦਾ ਕਾਰਨ ਬਣ ਗਈ ਸੀ ਉਦੋਂ ਵੀ। ਹੁਣ ਚਰਨਾ ਕਿਹੜੇ ਕਲੇਸ਼ ਦੀ ਗੱਲ ਕਰਦਾ? ਕੌੜਿਆਂ ਨਾਲ ਇੱਕ ਪੀੜ੍ਹੀ ਦੀ ਦੁਸ਼ਮਣੀ, ਤੇ ਬਿੱਕਰ ਉਹਨਾਂ ਦੇ ਮਨਜੀਤ ਤੋਂ ਕਬੱਡੀ 'ਚ ਮਾਰ ਖਾ ਆਇਆ ਸੀ। ਸੋ ਹੁਣ ਬਿੱਕਰ ਤੇ ਮਨਜੀਤ ਕਬੱਡੀ ਦੇ ਪਲੇਅਰ ਹੈ। ਬਿੱਕਰ ਮਨਜੀਤ ਤੋਂ ਹਾਰ ਕੇ ਘਰ ਵੜਿਆ, ਇਸ ਕਰਕੇ ਘਰ ਦੇ ਵਿੱਚ ਕਲੇਸ਼ ਪੈਦਾ ਹੋ ਜਾਂਦਾ। ਲੱਤਾਂ ਵੜ ਦੂੰ ਸਾਲੇ ਦੀਆਂ ਜੇ ਗਾਹਾਂ ਤੋਂ ਗਰਾਊਂਡ 'ਚ ਗਿਆ। ਨਹਾਉਣ ਲਈ ਪਾਣੀ ਗੇੜਦੇ ਬਿੱਕਰ ਨੂੰ ਬਚਨ ਸਿਉਂ ਕੜਕਿਆ ਸੀ। ਸਾਲੀ ਗੋਝ ਹੀ, ਉਹ ਸੀਖ ਜੀ ਤੇਰੀ ਇੱਕ ਲੱਤ ਬਰੋਬਰ ਹੈ, ਐਂ ਭੱਜਿਆਂ ਤਾਂ ਨਹੀਂ ਪੂਰੀਆਂ ਪੈਣੀਆਂ ਬਚਨ ਸਿਆਂ, ਮੁੰਡੇ ਨੂੰ ਤਕੜਾ ਕਰ, ਫਿਰ ਭਿੜਨ ਦੇ, ਕੌੜੇ ਸਾਲੇ ਕੀ ਕਹਾਉਣ, ਕੱਲੇ ਨੂੰ ਬੰਨ੍ਹਦੇ ਮੱਝ। ਹੱਥਲਾ ਪੈਗ ਮੰਜੇ ਦੀ ਦੌਣ 'ਚ ਫਸਾਉਂਦਿਆਂ ਬਿੱਕਰ ਹੋਰਾਂ ਦਾ ਫੁੱਫੜ ਬੋਲਿਆ ਸੀ। ਸੋ ਹੁਣ ਫੁੱਫੜ ਸਲਾਹ ਦਿੰਦਾ ਹੈ ਕਿ ਇੱਕ ਮੱਝ ਇਹਦੇ ਲਈ ਬੰਨ੍ਹ ਦੇ, ਇਹਨੂੰ ਤਕੜਾ ਕਰ, ਫਿਰ ਮਨਜੀਤ ਇਹਨੂੰ ਹੱਥ ਨਹੀਂ ਪਾਊਗਾ। ਉਹ ਕਾਹਨੂੰ ਪ੍ਰਾਹੁਣਿਆ, ਉਹ ਤਾਂ ਸਾਲਾ ਕੁਝ ਵੀ ਨਹੀਂ ਇਹਦੇ ਮੂਹਰੇ, ਉਹੀ ਆ ਬਚੀ ਜੀ, ਇਹੀ ਕੰਜਰ ਦਾ ਡਰ ਕੇ ਹੱਥ ਪਾਉਂਦਾ। ਪਰ ਬਿੱਕਰ ਜਾਣਦਾ ਸੀ ਮਨਜੀਤ ਦੀ ਚੁਸਤੀ ਉਹਦੇ ਜ਼ੋਰ ਉੱਤੇ ਭਾਰੂ ਰਹਿੰਦੀ ਸੀ। ਨਹੀਂ ਪਿੰਡ 'ਚ ਤਾਂ ਕੀ, ਹੋਰ ਕੋਈ ਨੇੜੇ ਪ੍ਰੀਹੇ ਬਿੱਕਰ ਦੇ ਉੱਤੋਂ ਦੀ ਗੇੜਾ ਦੇਣਾ ਤਾਂ ਇੱਕ ਪਾਸੇ, ਬਰਾਬਰ ਤੱਕ ਚੜ੍ਹਨ ਦੀ ਜ਼ਰੂਰਤ ਨਹੀਂ ਸੀ ਕਰਦਾ। ਬਿੱਕਰ ਦੀਆਂ ਦੂਰ ਤੱਕ ਫੈਲੀਆਂ ਬਾਹਾਂ ਤੇ ਥੰਮ ਵਾਂਗ ਖੜੀਆਂ ਲੱਤਾਂ
ਰੇਡਰ ਅਤੇ ਪਾੜੇ ਵਿਚਕਾਰ ਕੰਧ ਉਸਾਰ ਦਿੰਦੀਆਂ ਸਨ। ਜਦੋਂ ਇੱਕ ਹੱਥ ਨਾਲ ਗੁੱਟ ਫੜ ਕੇ ਦੂਜਾ ਹੱਥ ਹਵਾ 'ਚ ਖੁੱਲ੍ਹਾ ਛੱਡ ਦਿੰਦਾ ਜਾਂ ਲੱਤਾਂ ਦੀ ਕੈਂਚੀ ਪਾ ਦੋਵੇਂ ਹੱਥ ਹਵਾ 'ਚ ਲਹਿਰਾਉਂਦਾ ਤਾਂ ਬਿੱਕਰ ਦੀ ਪਕੜ ਵੇਖਣ ਅਤੇ ਲੋਕਾਂ ਦੀਆਂ ਤਾੜੀਆਂ ਅਸਮਾਨ ਗੁੰਜਾ ਦਿੰਦੀਆਂ ਤੇ ਬੜੇ ਬੜੇ ਰੇਡਰ ਖੜੇ ਹੀ ਮੰਨ ਜਾਂਦੇ। ਪਰ ਮਨਜੀਤ ਖੜਾ ਮੰਨਣ ਲਈ ਤਿਆਰ ਨਹੀਂ ਸੀ ਤੇ ਹੱਥ ਉਹਦੇ ਤੇ ਟਿਕਦਾ ਕੋਈ ਨਹੀਂ ਸੀ। ਤੂੰ ਅੱਜ ਉਵੇਂ ਰਹਿ ਜੀ ਓਏ, 2 ਕੁ ਵਾਰ ਬੁੜਾ ਠੰਡਾ ਹੋ ਜੂ। ਸ਼ਾਮ ਨੂੰ ਪ੍ਰੈਕਟਿਸ ਕਰਨ ਜਾਂਦੇ ਬਿੱਕਰ ਨੇ ਕੌੜਿਆਂ ਦੇ ਮਨਜੀਤ ਨੂੰ ਰਾਤ ਵਾਲੀ ਗੱਲ ਦੱਸਦਿਆਂ ਕਿਹਾ ਸੀ, ਸਾਲੇ ਚਰਨੇ ਨੇ ਭਖਾਤਾ ਬੁੜਾ, ਫੁੱਫੜ ਕਰਕੇ ਬਚਾਅ ਹੋ ਗਿਆ, ਨਹੀਂ ਉਹ ਤਾਂ ਲੱਤੀਓਂ ਪੈ ਗਿਆ ਤੀ। ਸਾਡੇ ਬਾਬੇ ਸੰਤੋਖੇ ਨੂੰ ਜਾਣਦਾ, ਉਹਦੇ ਕਰਕੇ ਹੀ ਕੌੜੇ ਕਹਿੰਦੇ ਆ ਸਾਨੂੰ। ਜੇ ਤੇਤੋਂ ਰਹਿ ਗਿਆ ਨਾ, ਖੁੰਡਾ ਮਾਰ ਕੇ ਸਿਰ ਪਾੜ ਦੂ ਮੇਰਾ। ਸਵੇਰਿਓਂ ਕੋਲ ਖੜ ਕੇ ਜ਼ੋਰ ਕਰਾਉਂਦਾ, ਮਨਜੀਤ ਨੇ ਹੱਸਦਿਆਂ ਕਿਹਾ ਸੀ। ਮੈਂ ਤਾਂ ਕਦੇ ਜਾਣ ਕੇ ਨਹੀਂ ਗੱਲ ਕੀਤੀ ਤੇਰੇ ਕੋਲ, ਤੇਰੇ ਨਾਂ 'ਤੇ ਦੁੱਧ ਪਿਲਾ ਪਿਲਾ ਬਾਬਾ ਬਦਹਜ਼ਮੀ ਕਰਾਈ ਰੱਖਦਾ ਮੈਨੂੰ। ਤਾਂ ਠੀਕ ਹੈ ਮਿੱਤਰਾ, ਲਾਹ ਕੱਪੜੇ, ਮੇਰੀਆਂ ਲੱਤਾਂ ਜਾਂ ਤੇਰੇ ਸਿਰ 'ਚੋਂ ਇੱਕ ਤਾਂ ਹੈ ਨਹੀਂ ਫਿਰ ਅੱਜ। ਬਿੱਕਰ ਨੇ ਗੱਲ ਹਾਸੇ 'ਚ ਹੀ ਖਤਮ ਕੀਤੀ ਸੀ, ਪਰ ਉਸਦੀ ਗੱਲ 'ਤੇ ਮਨਜੀਤ ਹੱਸਿਆ ਨਹੀਂ ਸੀ, ਬਸ ਗੰਭੀਰ ਹੋ ਕੇ ਬੋਲਿਆ ਸੀ, ਮੇਰੇ ਸਿਰ ਦੀ ਤਾਂ ਖੈਰ ਹੈ, ਪਰ ਤੇਰੀਆਂ ਲੱਤਾਂ ਦਾ ਪ੍ਰਬੰਧ ਮਾਲਵਾ ਕਲੱਬ ਵਾਲੇ ਕਰੀ ਫਿਰਦੇ ਆ। ਕਿਉਂ? ਐਤਕੀ ਟੂਰਨਾਮੈਂਟ 'ਤੇ ਦੀਪਾ ਬੁਲਾਇਆ ਉਹਨਾਂ ਤੇਰੇ ਲਈ, ਮਿਲਕ ਫੈਡ ਵਾਲਾ। ਅੱਛਾ, ਬਿੱਕਰ ਚੁਕੰਨਾ ਹੁੰਦਾ ਬੋਲਿਆ ਸੀ। ਬੜੇ ਬੜੇ ਸਟਾਪਰ ਦੀਪੇ ਤੋਂ ਕੰਨ ਭਾਂਦੇ ਸਨ, ਪਰ ਬਿੱਕਰ ਛੇਤੀ ਹੀ ਸਹਿਜ ਹੋ ਗਿਆ ਸੀ। ਆਹ ਤਾਂ ਚੰਗੀ ਸੁੱਝੀ ਸਾਲੇ ਮਲੰਗਾਂ ਨੂੰ। ਚੱਲ ਇੱਕ ਗੱਲੋਂ ਤਾਂ ਚੰਗਾ ਹੀ ਹੋਇਆ, ਐਤਕੀ ਦੀਪੇ ਨੂੰ ਵੀ ਹੱਥ ਪਾ ਕੇ ਵੇਖਾਂਗੇ। ਖੇਡਦਾ ਮੈਂ ਵੇਖਿਆ ਹੂੰ, ਖੇਡਦਾ ਤਾਂ ਮੈਂ ਵੀ ਅੱਜ ਵੇਖ ਕੇ ਆਇਆ, ਪ੍ਰੈਕਟਿਸ ਕਰਦਾ ਵੇਖਿਆ ਚੋਰੀ। ਹੁਣ 2-3 ਦਿਨ ਮੈਂ ਉਵੇਂ ਰੇਡ ਕਰੂੰ, ਤੂੰ ਪ੍ਰੈਕਟਿਸ ਕਰ ਲੈ। ਬਸ ਗੁੱਟ ਦਾ ਖਿਆਲ ਰੱਖੀ, ਗੁੱਟ ਦਊ ਦੀਪਾ, ਖੱਬਾ ਗੁੱਟ ਤੋਂ ਹੀ ਰਹੂ ਵੀ। ਸੋ ਹੁਣ ਮਨਜੀਤ ਦੀਪੇ ਨੂੰ ਕਬੱਡੀ ਖੇਡਦਾ ਦੇਖ ਕੇ ਆਇਆ ਤੇ ਉਹਨੂੰ ਉਹਦੀਆਂ ਕਮਜ਼ੋਰੀਆਂ ਦਾ ਵੀ ਪਤਾ ਹੈ, ਉਹਦੀ ਤਾਕਤ ਦਾ ਵੀ ਪਤਾ ਹੈ। ਸੋ ਹੁਣ ਉਹ ਕਹਿੰਦਾ ਹੈ ਕਿ ਬਿੱਕਰ ਦੇ ਨਾਲ ਉਹ ਉਸੇ ਤਰ੍ਹਾਂ ਕਬੱਡੀ ਦੀ ਪ੍ਰੈਕਟਿਸ ਕਰੇਗਾ, ਸੋ ਉਹਨੂੰ ਪ੍ਰੈਕਟਿਸ ਕਰਕੇ ਹੀ ਮੈਦਾਨ ਦੇ ਵਿੱਚ ਪਹੁੰਚਣਾ ਚਾਹੀਦਾ। ਸੋ ਇੱਥੋਂ ਪਤਾ ਲੱਗਦਾ ਹੈ ਕਿ ਮਨਜੀਤ ਬਿੱਕਰ ਦਾ ਕਿੰਨਾ ਜ਼ਿਆਦਾ ਕਰਦਾ ਹੈ। ਸੋ ਇਹਨਾਂ ਦੀ ਦੋਸਤੀ ਬੜੀ ਗੂੜੀ ਹੈ। ਪ੍ਰੈਕਟਿਸ ਦਾ ਦੂਰਾ ਫਾਇਦਾ ਹੋਇਆ ਸੀ। ਦੀਪੇ ਦੀ ਨਕਲ ਕਰਦਾ ਮਨਜੀਤ 3 ਵਾਰ ਗੁੱਟ ਫੜਾ ਬੈਠਾ ਸੀ ਤੇ ਲੰਬੜਦਾਰ ਬਚਨ ਸਿੰਘ ਨੇ ਉਸੇ ਸ਼ਾਮ ਐਂਟਰੀ ਫੀਸ ਬਿੱਕਰ ਦੀ ਜੇਬ 'ਚ ਪਾ ਦਿੱਤੀ ਸੀ ਤੇ ਦੂਜਾ ਸਿੱਧਾ ਫਾਇਦਾ ਟੂਰਨਾਮੈਂਟ 'ਚ ਖੇਡਦਿਆਂ ਹੋਇਆ ਸੀ। ਦੀਪੇ ਦੀ ਪਹਿਲੀ ਰੇਡ 'ਤੇ ਹੀ ਬਿੱਕਰ ਨੂੰ ਅਹਿਸਾਸ ਹੋ ਗਿਆ ਸੀ ਕਿ ਮਨਜੀਤ ਨੇ ਕਿੰਨੀ ਮਿਹਨਤ ਨਾਲ ਦੀਪੇ ਦੀ ਨਕਲ ਕਰਕੇ ਉਸਨੂੰ ਪ੍ਰੈਕਟਿਸ ਕਰਵਾਈ ਸੀ। ਦੀਪੇ ਦਾ ਰੇਡ ਸਟਾਈਲ ਉਹਦੇ ਸਾਹਮਣੇ ਕਿਤਾਬ ਵਾਂਗ ਖੁੱਲ੍ਹਾ ਪਿਆ ਸੀ, ਬਸ ਫਰਕ ਸੀ ਤਾਂ ਜ਼ੋਰ ਦਾ। ਦੀਪਾ ਜ਼ੋਰ ਵਿੱਚ ਵੀ ਬਿੱਕਰ ਨਾਲ ਮਿਕਦਾ ਸੀ, ਇਸੇ ਲਈ ਪਹਿਲੀਆਂ 2 ਰੇਡਾਂ ਉਹ ਫੜਿਆ ਹੋਇਆ ਗੁੱਟ ਛੁਡਾ ਗਿਆ ਸੀ। ਬਿੱਕਰ ਦੇ ਲਾਕ 'ਚੋਂ ਕਿਸੇ ਦਾ 2 ਵਾਰ ਨਿਕਲ ਜਾਣਾ ਅਚੰਭਾ ਹੀ ਤਾਂ ਸੀ। ਦੀਪਾ ਤਾਂ ਇਸ ਇਲਾਕੇ 'ਚ ਪਹਿਲੀ ਵਾਰ ਆਇਆ ਸੀ, ਪਰ ਬਿੱਕਰ ਦੀ ਪਲ ਆਪਣੇ ਸਿਖਰ 'ਤੇ ਸੀ, ਉਹ ਥੋੜ੍ਹਾ ਡੋਲ ਗਿਆ ਸੀ। ਹੱਥੋਂ ਨਿਕਲੇ ਦੀਪੇ ਦੇ ਘਬਰਾਹਟ ਵਿੱਚ ਉਸਨੂੰ ਆਪਣੇ ਕੋਲ ਆ ਖੜੇ ਮਨਜੀਤ ਦਾ ਵੀ ਅਹਿਸਾਸ ਕੁਝ ਪਲ ਰੁਕ ਹੀ ਹੋਇਆ ਸੀ। ਕੌੜਿਆ, ਐਤਕੀ ਸਾਲੇ ਮਲੰਗ ਹਰਾਉਣਗੇ ਆਪਾਂ ਨੂੰ, ਦੀਪਾ ਸਾਲਾ ਮੇਰਾ ਫੜਿਆ ਹੀ ਨਹੀਂ ਰਹਿੰਦਾ, ਉਹਨੇ ਮਨਜੀਤ ਨੂੰ ਕਿਹਾ ਸੀ। ਨਹੀਂ ਹਾਰਦੇ ਤਾਂ ਨਹੀਂ, ਸਟਾਪਰ ਕੋਈ ਵੀ ਨਹੀਂ ਇਹਨਾਂ ਕੋਲ, ਤੂੰ ਘਬਰਾ ਨਾ, ਮੈਂ ਤੇ ਭਿੰਦਾ ਦੋਏ ਨਹੀਂ ਰੁਕਦੇ ਇਹਨਾਂ ਤੋਂ। ਮਨਜੀਤ ਨੇ ਰੇਡ ਕਰਨ ਗਏ ਭਿੰਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ਨਾਲੇ ਦੀਪਾ ਵੀ ਰਹੂ, ਐਤਕੀ ਉੱਤੇ ਚੜ੍ਹਾ ਕੇ ਫੜੀ, ਫਿਰ ਹੇਠਲੇ ਪਾਸੇ ਰਹੀਂ। ਮਨਜੀਤ ਸਾਵਾਂ ਕੋਚ ਬਣਿਆ ਖੜਾ ਸੀ। ਦੀਪੇ ਦੀ ਅਗਲੀ ਰੇਡ 'ਤੇ ਮਨਜੀਤ ਵੀ ਬਿੱਕਰ ਦੇ ਬਰਾਬਰ ਹੀ ਖੜ ਗਿਆ ਸੀ। ਉਸਦੇ ਸਣੇ ਚਾਰੇ ਸਟਾਪਰ ਇੱਕ ਦੂਜੇ ਦਾ ਹੱਥ ਫੜੀ ਸਾਹਮਣੇ ਮੇਲਦੇ ਦੀਪੇ 'ਤੇ ਇਕਾਗਰ ਸਨ। ਮਨਜੀਤ ਜਾਣਦਾ ਸੀ ਦੀਪਾ ਹਰ ਹਾਲਤ ਬਿੱਕਰ ਨੂੰ ਹੀ ਟੱਚ ਕਰੇਗਾ। ਹੱਥ ਪਾਉਣ ਵਾਲੇ ਨਾਲ ਖੁੰਦਕ ਰੱਖਣਾ ਦੀਪੇ ਦੇ ਸੁਭਾਅ 'ਚ ਸ਼ਾਮਲ ਸੀ। ਦੀਪੇ ਦੀ ਫੈਲੀ ਹੋਈ ਬਾਂਹ ਅਤੇ ਡਮਰੂ ਵਾਂਗ ਹਿਲਦਾ ਖੱਬਾ ਹੱਥ ਬਿੱਕਰ ਲਈ ਅਰਜਣ ਵਾਲੀ ਮੱਛੀ ਦੀ ਅੱਖ ਬਣਿਆ ਹੋਇਆ ਸੀ। ਉਹਨੇ 2 ਕੁ ਵਾਰ ਫੜਨ ਦਾ ਭੁਲੇਖਾ ਪਾਉਂਦਾ ਹੱਥ ਹੇਠ ਲਾਇਆ ਤਾਂ ਦੀਪਾ ਇੱਕਦਮ ਪਿੱਛੇ ਜੰਪ ਕਰ ਗਿਆ, ਪਰ ਸਿਰਫ ਪਲ ਕੁ ਲਈ ਹੱਥ ਫਿਰ ਆਪਣੀ ਥਾਵੇਂ ਹਿਲ ਰਿਹਾ ਹੁੰਦਾ। ਇੱਕ ਵਾਰ ਥਾਪੀ ਮਾਰਨ ਦਾ ਭੁਲੇਖਾ ਦੇ ਕੇ ਬਿੱਕਰ ਝਪਟਿਆ ਤੇ ਬਾਜ ਵਾਂਗ ਉਸਦੇ ਦੋਵੇਂ ਹੱਥ ਉੜ ਕੇ ਦੀਪੇ ਦੇ ਗੁੱਟ 'ਤੇ ਜੰਮ ਗਏ। ਦੀਪੇ ਨੇ ਇੱਕਦਮ ਮਰੋੜ ਕੇ ਗੁੱਟ ਖਿੱਚਿਆ, ਪਰ ਗੁੱਟ ਦੀ ਥਾਂ ਸਾਰਾ ਬਿੱਕਰ ਹੀ ਨਾਲ ਖਿੱਚਿਆ ਗਿਆ। ਬਿੱਕਰ ਦੀ ਪਕੜ ਤੋੜਨ ਲਈ ਦੀਪੇ ਨੇ ਸੱਜਾ ਹੱਥ ਉਹਦੇ ਖੱਬੇ ਮੋਢੇ 'ਤੇ ਗਿੱਚੀ ਕੋਲ ਰੱਖਿਆ ਤਾਂ ਹਵਾ ਜਿਵੇਂ ਥੰਮ ਗਈ। ਜ਼ੋਰ ਨਾਲ ਉੱਭਰ ਆਈਆਂ ਦੀਪੇ ਦੇ ਡੋਲਿਆਂ ਦੀਆਂ ਮਛਲੀਆਂ ਤੇ ਦਿਓ ਵਾਂਗ ਅੜਿਆ ਖੜਾ ਬਿੱਕਰ, ਲੋਕਾਂ ਨੇ ਸਾਹ ਰੋਕ ਲਏ। ਗਰਾਊਂਡ 'ਤੇ ਹੋ ਰਿਹਾ ਘੋਲ ਜਿਵੇਂ ਕਿਤੇ ਲੋਕਾਂ ਦੇ ਅੰਦਰ ਘੁਲਿਆ ਜਾ ਰਿਹਾ ਸੀ। ਪੈਰਾਂ ਪਰਨੇ ਬੈਠੇ ਕਿੰਨੇ ਹੀ ਦਰਸ਼ਕ ਕਦੋਂ ਉਲਾਰ ਹੁੰਦੇ ਹੁੰਦੇ ਖੜੇ ਹੋ ਗਏ, ਉਹਨਾਂ ਦੇ ਜਿਸਮ ਦੀਆਂ ਸੂਤੀਆਂ ਨਾੜਾਂ ਨੂੰ ਪਤਾ ਵੀ ਨਹੀਂ ਲੱਗਿਆ। ਸਟੇਜ ਤੋਂ ਚੀਕ ਚੀਕ ਕਮੈਂਟਰੀ ਕਰਦੇ ਅਨਾਉਂਸਰ ਦੀ ਆਵਾਜ਼ ਜਿਵੇਂ ਲੋਕਾਂ ਦੇ ਤਣੇ ਆਪੇ ਤੋਂ ਉੱਪਰੋਂ ਬੇਲਾਗ ਨਿਕਲ ਗਈ। ਬਿੱਕਰ ਨੇ ਹੇਠਾਂ ਨੂੰ ਖਿੱਚ ਕੇ ਦੀਪੇ ਦਾ ਗੁੱਟ ਆਪਣੇ
ਲੱਕ ਨਾਲ ਲਾ ਲਿਆ ਸੀ। ਦਰਸ਼ਕਾਂ ਸਾਹਮਣੇ ਸਾਨਾਂ ਵਾਂਗ ਭਿੜਦੇ ਦੋ ਜਿਸਮ ਸਨ ਤੇ ਗਰਾਊਂਡ ਵਿੱਚ ਉਹਨਾਂ ਦੇ ਪੈਰਾਂ ਨਾਲ ਪੱਟਿਆ ਜਾ ਰਿਹਾ ਖੌਰੂ ਸੀ। ਥਾਂ ਵੱਜਦੀ ਰੈਫਰੀ ਦੀ ਵਿਸਲ ਤੋਂ ਬਾਅਦ ਵੀ ਕੁਝ ਪਲ ਲੋਕਾਂ ਨੂੰ ਆਪੇ 'ਚ ਪਰਤਣ ਲਈ ਲੱਗੇ ਸਨ। 30 ਸਕਿੰਟ ਦਾ ਇੱਕ ਯੁੱਧ ਲੋਕਾਂ ਨੇ ਬਿਨਾਂ ਸਾਹ ਲਏ ਬਿਤਾਇਆ ਸੀ। ਕਿੰਨੇ ਹੀ ਪਲ ਮਨਜੀਤ ਬਿੱਕਰ ਦੇ ਲਾਲ ਹੋਏ ਹੱਥਾਂ ਵੱਲ ਵੇਖਦਾ ਰਿਹਾ ਸੀ ਤੇ ਫਿਰ ਉਸਨੇ ਬਿੱਕਰ ਦੇ ਖੌਲਦੇ ਜਿਸਮ ਨੂੰ ਆਪਣੀ ਨਿੱਘੀ ਜੱਫੀ 'ਚ ਘੁੱਟ ਲਿਆ। ਮਨਜੀਤ ਦੀ ਗਲਬਕੜੀ 'ਚ ਘੁੱਟੇ ਬਿੱਕਰ ਦੀ ਮੁੱਠੀ ਲੋਕਾਂ ਨੇ ਨੋਟਾਂ ਨਾਲ ਤੁੰਨ ਦਿੱਤੀ ਸੀ। ਮੈਚ ਉਹਨਾਂ ਤਕੜੇ ਫਰਕ ਨਾਲ ਜਿੱਤ ਲਿਆ ਸੀ। ਭਾਵੇਂ ਕਿੰਨੇ ਹੀ ਟੂਰਨਾਮੈਂਟਾਂ ਬਾਅਦ ਅਜਿਹਾ ਹੋਇਆ ਸੀ ਕਿ ਕੋਈ ਰੇਡਰ ਬਿੱਕਰ ਨੂੰ ਹੱਥ ਲਾਵੇ ਤੇ ਪਰਤ ਜਾਵੇ, ਤੇ ਉਹ ਵੀ ਗਿਣਨਯੋਗ ਗਿਣਤੀ 'ਚ। ਸ਼ਾਮ ਨੂੰ ਮਨਜੀਤ ਦੇ ਨਾਨਕਿਆਂ ਦੀ ਮੋਟਰ ਤੇ ਸ਼ਰਾਬ ਨਾਲ ਮਸਤ ਹੋਇਆ ਬਿੱਕਰ ਕਿੰਨੀ ਹੀ ਦੇਰ ਕਿਲਕਾਰੀਆਂ ਮਾਰਦਾ ਰਿਹਾ ਸੀ, ਬਾਈ ਖੁੰਚਾਂ ਤੋੜ ਦੂੰ ਮੇਰੇ ਸਾਲੇ ਦੀਆਂ। ਖੱਬੇ ਮੋਢੇ ਸ਼ੀਲਡਾਂ ਨਾਲ ਡੱਕਿਆ ਬੈਗ ਅਤੇ ਸੱਜੇ ਹੱਥ ਨਾਲ ਝੂਲਦੇ ਬਿੱਕਰ ਨੂੰ ਸਾਂਭੀ ਜਾਂਦੇ ਮਨਜੀਤ ਦੇ ਵੀ ਖੁਸ਼ੀ ਵਿੱਚ ਧਰਤੀ ਪੈਰ ਨਹੀਂ ਸੀ ਲੱਗ ਰਹੇ। ਬਿੱਕਰ ਨੇ ਸਭ ਦੀ ਰੱਖ ਵਿਖਾਈ ਸੀ। ਪਿਛਲੇ 4 ਸਾਲਾਂ ਤੋਂ ਇਹ ਟੂਰਨਾਮੈਂਟ ਹਮੇਸ਼ਾ ਉਹਨਾਂ ਦੇ ਨਾਂ ਹੀ ਰਿਹਾ ਸੀ। ਬਿੱਕਰ ਦੀ ਪਕੜ ਅਤੇ ਮੋਰ ਵਾਂਗ ਪੈਲ ਪਾਉਂਦੇ ਮਨਜੀਤ ਦੀ ਰੇਡ ਵੇਖਣ ਨੂੰ ਲੋਕ ਹਰ ਸਾਲ ਉਡੀਕਦੇ। ਟੂਰਨਾਮੈਂਟ ਮਨਜੀਤ ਦੇ ਨਾਨਕੇ ਪਿੰਡ ਸੀ, ਇਸ ਲਈ ਟੀਮ ਸ਼ੀਲਡ ਲਈ ਵਾਰੀ ਦੀ ਉਡੀਕ ਨਹੀਂ ਸੀ ਕੀਤੀ ਜਾਂਦੀ। ਉਹ ਹਮੇਸ਼ਾ ਹੀ ਮਨਜੀਤ ਦੀ ਬੈਠਕ ਦਾ ਸ਼ਿੰਗਾਰ ਬਣਦੀ। ਉਹਦਾ ਹੱਕ ਵੀ ਸੀ, ਪਰ ਐਤਕੀ ਹੱਕ ਬਿੱਕਰ ਦਾ ਹੀ ਬਣਦਾ। ਉਸ ਰਾਤ ਲੰਘੇ ਦਿਨ ਨੂੰ ਫੇਰ ਮਾਣਦੇ ਹੋਏ ਮਨਜੀਤ ਨੇ ਸੋਚਿਆ ਸੀ, ਦੀਪੇ ਨੂੰ ਬਾਂਹ ਫੜ ਕੇ ਰੋਕਣਾ ਵੇਲਣੇ 'ਚ ਬਾਂਹ ਦੇਣ ਵਾਲੀ ਗੱਲ ਹੈ। ਮਨਜੀਤ ਸੌਣ ਤੱਕ ਰੋਮਾਂਚਿਤ ਰਿਹਾ ਸੀ। ਐਡੀ ਜਿੱਤ ਮਗਰੋਂ ਨੀਂਦ ਕਿਹੜਾ ਸੌਖੀ ਆਉਂਦੀ ਹੈ। ਰਾਤੀ ਸੁਪਨੇ ਵਿੱਚ ਵੀ ਇੱਕ ਹੱਥ ਨਾਲ ਦੀਪੇ ਨੂੰ ਥੰਮੀ ਖੜਾ ਬਿੱਕਰ ਬਾਗੀਆਂ ਪਾਉਂਦਾ ਰਿਹਾ ਸੀ, ਪਰ ਹੁਣ ਬਾਹਰ ਫੜਾਈ ਸ਼ੀਲਡ ਬਿੱਕਰ ਨੇ ਫੜਨੀ ਨਹੀਂ ਸੀ। ਇਹ ਗੱਲ ਮਨਜੀਤ ਜਾਣਦਾ ਸੀ, ਸਗੋਂ ਗਾਲਾਂ ਦੀ ਤੀਹਰੀ ਲੜੀ 'ਚ ਪਰੋ ਕੇ ਹੋਰ ਪਤਾ ਨਹੀਂ ਕੀ ਕੁਝ ਕਹੇ। ਇੱਕ ਦੂਜੇ ਦੇ ਘਰ ਜਾਣ ਬਾਰੇ ਉਹਨਾਂ ਕਦੇ ਸੋਚਿਆ ਨਹੀਂ ਸੀ। ਸੋਚਿਆ ਤਾਂ ਕਦੇ ਇਉਂ ਰਲ ਕੇ ਖੇਡਣ ਬਾਰੇ ਵੀ ਨਹੀਂ ਸੀ। ਪਹਿਲਾਂ ਘਰਦਿਆਂ ਦੀ ਪੜ੍ਹਤੀ ਪੜ੍ਹੇ ਉਹ ਇੱਕ ਦੂਜੇ ਨਾਲ ਖਹਿੰਦੇ ਵੀ ਰਹੇ ਸਨ, ਇੱਕ ਦੂਜੇ ਨੂੰ ਹਰਾਉਣਾ ਮੱਥ ਕੇ ਖੇਡਦੇ ਵੀ ਰਹੇ ਸਨ। ਟੂਰਨਾਮੈਂਟ ਤੇ ਪੁਆਇੰਟ ਲੈ ਕੇ ਮੁੜਦੇ ਮਨਜੀਤ ਨੂੰ ਬਿੱਕਰ ਦੀਆਂ ਤਾੜੀਆਂ ਓਪਰੀਆਂ ਅਤੇ ਖੁਸ਼ੀ ਬਣਾਉਟੀ ਲੱਗਦੀ ਰਹੀ ਸੀ, ਪਰ ਪਤਾ ਨਹੀਂ ਕਿਉਂ ਉਸਨੂੰ ਪਹਿਲੀ ਵਾਰ ਹੀ ਬਿੱਕਰ ਦਾ ਗੁੱਸਾ ਬਣਾਉਟੀ ਨਹੀਂ ਸੀ ਲੱਗਿਆ। ਮਨਜੀਤ 2 ਪੁਆਇੰਟ ਲਗਾਤਾਰ ਦੇ ਆਇਆ ਸੀ। ਤੀਜੀ ਰੇਡ ਪਾੜੇ ਤੋਂ ਤੁਰਨ ਲੱਗੇ ਮਨਜੀਤ ਦੇ ਕੰਨੀ ਬਿੱਕਰ ਦੇ ਕੜਕਦੇ ਬੋਲ ਪਏ ਸਨ, ਕੌੜਿਆ ਲੱਤਾਂ ਤੋੜ ਦੂੰ ਜੇ ਐਤਕੀ ਰਹਿ ਗਿਆ। ਆਵਾਜ਼ ਉੱਚੀ, ਬੋਲ ਸਖਤ ਅਤੇ ਗਾਲ ਵਰਗੇ ਸਨ। ਫਿਰ ਵੀ ਪਤਾ ਨਹੀਂ ਕਿਉਂ ਉਹਨਾਂ 'ਚੋਂ ਆਪਣਤ ਵਰਗਾ ਕੁਝ ਮਨਜੀਤ ਦੀ ਰੂਹ ਨੂੰ ਹਲੂਣ ਗਿਆ ਸੀ। ਪੁਆਇੰਟ ਲੈ ਕੇ ਮੁੜਦੇ ਮਨਜੀਤ ਨੂੰ ਪਹਿਲੀ ਵਾਰ ਬਿੱਕਰ ਦੀ ਖੁਸ਼ੀ ਬਣਾਉਟੀ ਤੇ ਤਾੜੀਆਂ ਓਪਰੀਆਂ ਨਹੀਂ ਸਨ ਲੱਗੀਆਂ। ਉਸੇ ਸ਼ਾਮ ਉਹਨਾਂ ਦੋਸਤੀ ਦਾ ਹੱਥ ਮਿਲਾਇਆ ਸੀ ਅਤੇ ਬਕਾਇਦਾ ਫੈਸਲਾ ਲਿਆ ਸੀ ਕਿ ਉਹ ਘਰਦਿਆਂ ਦੀ ਲੜਾਈ ਨੂੰ ਆਪਣੇ ਵਿੱਚ ਚੀਰ ਨਹੀਂ ਪਾਉਣ ਦੇਣਗੇ। ਇਸ ਲਈ ਹੀ ਉਹਨਾਂ ਕਦੇ ਘਰ ਦੀ ਗੱਲ ਤੱਕ ਸਾਂਝੀ ਨਹੀਂ ਸੀ ਕੀਤੀ, ਪਰ ਸ਼ੀਲਡ ਬਿੱਕਰ ਨੂੰ ਦੇਣ ਲਈ ਉਹਨਾਂ ਦੇ ਘਰ ਜਾਣਾ ਜ਼ਰੂਰੀ ਸੀ। ਮਨਜੀਤ ਦੀ ਭਾਵੁਕਤਾ, ਉਹਦੇ ਬਾਬੇ ਦਾ ਖੂੰਡਾ, ਬਿੱਕਰ ਦੇ ਘਰਦਿਆਂ ਦੀਆਂ ਗੁੱਸੇ ਭਰੀਆਂ ਅੱਖਾਂ ਅਤੇ ਦੋਹਾਂ ਘਰਾਂ ਵਿੱਚ ਜਮਾਂ ਹੀ ਸੱਜਰੇ ਛੜੇ ਪਹੀ ਵਾਲੇ ਖੇਤ ਦੇ ਰਫੜ ਨੂੰ ਜਾਲੇ ਵਾਂਗ ਪਰੇ ਹਟਾ ਕੇ ਬਿੱਕਰ ਦੇ ਘਰ ਲੈ ਹੀ ਗਈ ਸੀ। ਸਾਨੂੰ ਸਭ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਜ਼ਮੀਨ ਜਾਇਦਾਦ ਨੂੰ ਲੈ ਕੇ ਝਗੜੇ ਰਹਿੰਦੇ ਆ, ਸੋ ਬਿੱਕਰ ਤੇ ਮਨਜੀਤ ਦੇ ਪਰਿਵਾਰ ਦੇ ਵਿੱਚ ਵੀ ਇਹ ਪਹੀ ਵਾਲੇ ਖੇਤ ਨੂੰ ਲੈ ਕੇ ਨਵਾਂ ਹੀ ਝਗੜਾ ਸ਼ੁਰੂ ਹੋਇਆ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਮਨਜੀਤ ਸ਼ੀਲਡ ਦੇਣ ਦੇ ਲਈ ਉਹਨਾਂ ਦੇ ਘਰ ਜਾਂਦਾ। ਉਹਦੇ ਜਾਣ ਨਾਲ ਘਰ ਵਿੱਚ ਵਰਤ ਗਈ ਸੁੰਨ ਉਹਨੂੰ ਇੱਕ ਪਲ ਘੁੱਟਣ ਵਾਂਗ ਮਹਿਸੂਸ ਵੀ ਹੋਈ ਸੀ। ਖੱਬੇ ਹੱਥ ਸ਼ੀਲਡ ਫੜੀ ਉਹ ਬੇਬੇ ਦੇ ਪੈਰਾਂ ਤੇ ਝੁਕਿਆ ਸੀ। ਭਾਂਡੇ ਮਾਂਜਦੀ ਸੰਤੀ ਨੇ ਸੁਆਹ ਵਾਲਾ ਹੱਥ ਝਾੜ ਕੇ ਪੋਲਾ ਜਿਹਾ ਉਹਦੇ ਸਿਰ ਤੇ ਰੱਖਦਿਆਂ ਅਸੀਸ ਦਿੱਤੀ ਸੀ, ਜਿਉਂਦਾ ਵਸਦਾ ਰਹਿ ਪੁੱਤ, ਜਵਾਨੀਆਂ ਮਾਣੇ। ਪਰ ਲੰਬੜਦਾਰ ਬਚਨ ਸਿੰਘ ਦਾ ਉਹਦੀ ਸਤਿ ਸ਼੍ਰੀ ਅਕਾਲ ਦੇ ਜਵਾਬ ਵਿੱਚ ਮਸਾਂ ਹਿੱਲਿਆ ਸਿਰ ਕੋਈ ਚੰਗਾ ਸ਼ਗਨ ਨਹੀਂ ਸੀ। ਪਹਿਲਾਂ ਤਾਂ ਉਹਨੂੰ ਵੇਖ ਕੇ ਚਾਹ ਪੀਂਦਾ ਬਿੱਕਰ ਵੀ ਸਖਤੇ ਜਿਹੇ ਵਿੱਚ ਆ ਗਿਆ ਸੀ, ਪਰ ਫਿਰ ਚੁੱਪ ਦਾ ਤਣਾਅ ਉਹਨੇ ਹੀ ਤੋੜਿਆ ਸੀ। ਕਿਵੇਂ ਆਣੇ ਹੋਏ, ਕਦੇ ਅੱਗੇ ਨਾ ਪਿੱਛੇ, ਸ਼ੀਲਡ ਤੈਨੂੰ ਦੇਣ ਆਇਆ। ਮੈਂ ਕਿਹਾ ਬਾਹਰ ਤਾਂ ਤੈ ਫੜਨੀ ਨਹੀਂ। ਤੇ ਫਿਰ ਬਚਨ ਸਿੰਘ ਦੀ ਪੈਂਦ ਠੀਕ ਹੋ ਕੇ ਬੈਠਦਿਆਂ ਮਨਜੀਤ ਚਾਹ ਫੜਾਉਣ ਆਈ ਸੰਤੀ ਨੂੰ ਸੰਬੋਧਿਤ ਹੋਇਆ ਸੀ। ਕੱਲ ਤਾਈ ਬਿੱਕਰ ਦੀ ਕਰਾਮਾਤ ਨਾਲ ਆਈ ਹੈ ਸ਼ੀਲਡ। ਤੂੰ ਤਾਂ ਤਾਇਆ ਕੱਲ ਗਿਆ ਨਹੀਂ, ਉੱਥੇ ਹੁੰਦਾ ਤਾਂ ਵੇਖਦਾ ਆਪਣੇ ਬਿੱਕਰ ਦੇ ਹੱਥ। ਦੀਪਾ ਸਾਰੇ ਦੁਆਬੇ 'ਚ ਨਹੀਂ ਰਹਿੰਦਾ ਕਿਸੇ ਤੋਂ, ਇਹਨੇ ਹਿੱਲਣ ਨਹੀਂ ਦਿੱਤਾ। ਮਨਜੀਤ ਕਿਵੇਂ ਨਾ ਕਿਵੇਂ ਲੰਬੜਦਾਰ ਨੂੰ ਨਰਮ ਕਰਨਾ ਚਾਹੁੰਦਾ ਸੀ। ਮੈਂ ਵੀ ਆਊਂ ਜੇ ਤੇਰਾ ਬਾਬਾ ਸਾਹ ਲੈਣ ਦਿਓ, ਪਹੀ ਵਾਲੀ ਜ਼ਮੀਨ ਦੀ ਪੈਰਵੀ ਕਰਦੇ ਫਿਰਦੇ ਆ। ਲੰਬੜਦਾਰ ਦੇ ਬੋਲਾਂ 'ਚ ਗੁੱਸਾ ਤੇ ਖਿੱਝ ਸਾਫ਼ ਸੀ। ਸ਼ੀਲਡ ਬਿੱਕਰ ਨੂੰ ਫੜਾ ਉੱਠਣ ਲੱਗੇ ਮਨਜੀਤ ਨੂੰ ਸੰਤੀ ਨੇ ਕਿਹਾ ਸੀ, ਤੂੰ ਆ ਜਿਆ ਕਰ ਪੁੱਤ, ਇਹਨਾਂ ਦੇ ਰੌਲੇ ਤਾਂ ਮੁੱਕਣੇ ਹੀ ਨਹੀਂ ਸਾਰੀ ਉਮਰ। ਮੈਨੂੰ ਤਾਂ ਜਿਹਾ ਮੇਰਾ ਬਿੱਕਰ ਤੇ ਚਰਨਾ ਤਿਹਾ ਤੂੰ, ਇਹ ਜਿੱਦਾਂ ਤਾਂ ਜੈ ਖਾਣੇ ਦੀਆਂ ਪੱਟ ਕੇ ਵਗਾ ਦਿੰਦੀਆਂ। ਸੰਤੀ ਨੇ ਹੌਂਕਾ ਭਰਿਆ ਸੀ। ਹੌਂਕਾ ਤਾਂ ਚਰਨੇ ਨੇ ਵੀ ਭਰਿਆ ਹੈ, ਬਿੱਕਰ ਦੀ ਅੱਧੀ ਪਾੜੀ ਹੋਈ ਫੋਟੋ ਵੱਲ ਵੇਖਦਿਆਂ। ਸੋ ਇੱਥੇ ਹੁਣ ਲੇਖਕ
ਵਾਪਸ ਆਉਂਦਾ ਹੈ ਜਦੋਂ ਚਰਨਾ ਆਪਣੇ ਭਰਾ ਬਿੱਕਰ ਦੇ ਮਰਨ ਤੋਂ ਬਾਅਦ ਉਹਦੇ ਕਮਰੇ ਦੇ ਵਿੱਚ ਖੜਾ ਉਹਦੀਆਂ ਫੋਟੋਆਂ ਅਤੇ ਸ਼ੀਲਡਾਂ ਦੇਖਦਾ ਹੈ। ਸੋ ਇਸ ਤੋਂ ਅੱਗੇ ਆਪਾਂ ਜਾਣਾਂਗੇ ਅਗਲੇ ਭਾਗ ਵਿੱਚ। ਅਤੇ ਅਜਿਹੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਉਸਨੂੰ ਲਾਈਕ ਕਰੋ। ਧੰਨਵਾਦ।